ANB ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਤੇ ਨਾਜ਼ੁਕ ਮੁੱਦੇ ਤੇ ਗੱਲ ਕਰਾਂਗੇ। ਮੁੱਦਾ ਇਹ ਹੈ ਜੀ ਕਿ ਸਰਕਾਰਾਂ ਜਾਂ ਜਿਹੜਾ ਪੁਲਿਸ ਸਟੇਟ ਆ ਉਹ ਇਹ ਨਹੀਂ ਵੇਖਦੀਆਂ ਕਿ ਜਦੋਂ ਇਨਕਾਊਂਟਰ ਕਰਨਾ ਹੁੰਦਾ ਹੈ ਕਿ ਉਹਦੀ ਉਮਰ ਕੀ ਆ। ਔਰ ਅੱਜ ਲੋਕਾਂ ਨੂੰ ਇਹ ਲੱਗਦਾ ਹੈ ਕਿ ਜਦੋਂ 92-93 ਦੇ ਵਿੱਚ ਕਾਂਗਰਸ ਸਰਕਾਰ ਸੀ ਤੇ ਪੰਜਾਬ ਦੇ ਵਿੱਚ ਉਦੋਂ ਫੇਕ ਇਨਕਾਊਂਟਰਾਂ ਦੇ ਹੜ੍ਹ ਆ ਚੁੱਕੇ ਸੀ, ਝੂਠੇ ਮੁਕਾਬਲੇ। ਲੇਕਿਨ ਅੱਜ ਅਸੀਂ ਉਸ ਫੇਕ ਇਨਕਾਊਂਟਰ ਤੇ ਝੂਠੇ ਮੁਕਾਬਲੇ ਤੇ ਗੱਲ ਕਰਾਂਗੇ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਪੰਜਾਬ ਦੀ ਧਰਤੀ ਤੇ ਝੂਠੇ ਮੁਕਾਬਲੇ ਦੀ ਨੀਂਹ ਰੱਖੀ ਗਈ ਸੀ। ਤੇ ਉਹ ਝੂਠਾ ਮੁਕਾਬਲਾ ਉਸ ਮਹਾਨ ਸ਼ਖਸ ਦਾ ਕੀਤਾ ਗਿਆ ਸੀ ਜਿਨ੍ਹਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਨਾਲ ਰਲ ਕੇ ਗਦਰ ਮੂਵਮੈਂਟ ਸ਼ੁਰੂ ਕੀਤੀ ਸੀ ਤੇ ਉਹ ਖੁਦ ਵੀ ਫਰੀडम ਫਾਈਟਰ ਸੀ। ਬਾਅਦ 'ਚ ਉਹਨਾਂ ਨੇ ਆਪਣੀ ਇੱਕ ਪਾਰਟੀ ਵੀ ਬਣਾਈ। ਅੰਗਰੇਜ਼ ਸਾਮਰਾਜ ਨੇ ਉਹ ਪਾਰਟੀ ਤੇ ਪਾਬੰਦੀਆਂ ਲਾਤੀਆਂ ਤੇ ਫਿਰ ਜਦੋਂ ਆਪਣੇ ਦੇਸ਼ ਦੇ ਵਿੱਚ ਆਪਣੀ ਸਰਕਾਰ ਬਣਦੀ ਆ ਤੇ ਉਸ 80-82 ਸਾਲ ਬਾਬਾ ਬੂਝਾ ਸਿੰਘ ਦਾ ਇਨਕਾਊਂਟਰ ਝੂਠੋ 50 ਵਰੇ ਹੋ ਚੁੱਕੇ ਨੇ। ਤੇ ਅੱਜ ਅਸੀਂ ਇਸ ਮੁੱਦੇ ਤੇ ਹੀ ਗੱਲਬਾਤ ਕਰਾਂਗੇ। ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਸਰਦਾਰ ਜਗਤਾਰ ਸਿੰਘ ਜਿਹੜੇ ਪੰਜਾਬ ਨੂੰ ਚੰਗੀ ਤਰ੍ਹਾਂ ਹਰ ਪੱਖ ਤੋਂ ਸਮਝਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜੀਆਂ ਸਾਡੀਆਂ ਐਸਟੈਬਲਿਸ਼ਮੈਂਟ ਆ ਉਹ ਜਦੋਂ ਝੂਠੇ ਮੁਕਾਬਲੇ ਕਰਦੀਆਂ ਤੇ ਲੋਕਾਂ ਦੇ ਵਿੱਚ ਕੀ ਪ੍ਰਭਾਵ ਜਾਂਦਾ। ਭਾਈ ਬਹੁਤ ਬਹੁਤ ਸਵਾਗਤ ਹੈ ਜੀ। ਇਹ ਜਿਹੜਾ ਬਾਬਾ ਬੂਝਾ ਸਿੰਘ ਜੀ ਐਡੀ ਵੱਡੀ ਸ਼ਖਸੀਅਤ ਹੀ ਸੀ, ਉਸ ਤੇ ਸ਼ਿਵ ਨੇ ਵੀ ਆਪਣੀ ਰਚਨਾ ਲਿਖੀ ਸੀ ਕਿ ਬੁੱਢੇ ਰੁੱਖ ਨੂੰ ਫਾਂਸੀ। ਫਿਰ ਫਿਲਮ ਬਣਾਉਣ ਦੀਆਂ ਗੱਲਾਂ ਹੁੰਦੀਆਂ, ਕਿਤਾਬਾਂ ਛਪਦੀਆਂ। ਸਾਡੇ ਵਰਗੇ ਬਹੁਤ ਸਾਰੇ ਲੋਕ ਨੇ, ਸਾਨੂੰ ਇਹ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਦੀ ਜਿਹੜੀ ਸ਼ੁਰੂਆਤ ਆ ਉਹ 92-93 ਤੋਂ ਸ਼ੁਰੂ ਹੋਈ ਹੈ ਜੀ। ਨਹੀਂ, ਇਹ ਬਹੁਤ ਪੁਰਾਣੀ ਪੰਜਾਬ ਦੇ ਵਿੱਚ ਪਿਰਤ ਪਈ ਸੀ ਜੀ। ਅਸੀਂ ਉਦੋਂ ਪੜ੍ਹਦੇ ਹੁੰਦੇ ਸੀਗੇ ਜੀ। ਮੈਂ ਉਦੋਂ MA ਕਰ ਰਿਹਾ ਸੀ ਜੀ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ। ਜੀ ਜੀ। ਤੇ ਉਦੋਂ ਸਾਡੇ ਜ਼ਮਾਨੇ ਦੇ ਵਿੱਚ ਨਕਸਲਾਈਟ ਮੂਵਮੈਂਟ ਸ਼ੁਰੂ ਹੋਈ ਸੀ। ਉਹਦਾ ਪੰਜਾਬ ਦੇ ਵਿੱਚ ਕਾਫੀ ਜ਼ੋਰ ਸੀ ਜੀ। ਤੇ ਯੰਗ ਮੁੰਡੇ ਬਹੁਤ ਪੜ੍ਹੇ ਲਿਖੇ ਯੂਨੀਵਰਸਿਟੀਆਂ ਕਾਲਜਾਂ 'ਚੋਂ ਇਸ ਪਾਸੇ ਆ ਰਹੇ ਸੀ। ਜੀ ਜੀ। ਪੰਜਾਬ ਦੀ ਇਹ ਰਵਾਇਤ ਰਹੀ ਹੈ ਕਿ ਜਦੋਂ ਵੀ ਕੋਈ ਸਟਰਗਲ ਸ਼ੁਰੂ ਹੁੰਦੀ ਹੈ ਕਾਫੀ ਯੰਗ ਤਬਕਾ ਉਹ ਤੇ ਜੁਆਇਨ ਕਰਦਾ ਵਾ। ਗਦਰ ਪਾਰਟੀ ਸ਼ੁਰੂ ਲੈ ਲਈ ਆਪਾਂ, ਸਾਰੇ ਆਲਮੋਸਟ ਯੰਗ ਹੀ ਸੀ। ਜਦੋਂ 30-35-40 ਸਾਲੇ ਸਾਰੇ ਸੀ। ਨਕਸਲਾਈਟ ਮੂਵਮੈਂਟ ਦੇ ਵਿੱਚ ਸਟੂਡੈਂਟ ਤੇ ਇਹ ਯੰਗ ਤਬਕਾ ਇਹ ਆਲਮੋਸਟ ਸਾਰੇ ਸੀ। ਬਾਬਾ ਬੂਝਾ ਸਿੰਘ ਤੇ ਇਹਨਾਂ ਨਾਲ ਇੱਕ ਬਾਬਾ ਹੋਰ ਹੁੰਦਾ ਸੀ, ਹਰੀ ਸਿੰਘ ਬਿਰਗਿੰਦ ਜੀ। ਇਹ ਦੋਵੇਂ ਬਾਬੇ ਸਕੂਲ ਆਉਂਦੇ ਸੀ ਜੀ। ਇਹਨਾਂ ਮੁੰਡਿਆਂ ਦਾ ਜਿਹੜੇ ਲੈਫਟਿਸਟ ਹੁੰਦੇ ਸੀ ਵੀ ਇਹਨਾਂ ਨੂੰ ਟ੍ਰੇਨਿੰਗ ਕਿਵੇਂ ਦੇਣੀ ਹੈ, ਕਿਵੇਂ ਸਮਝਾਉਣਾ ਹੈ, ਆਈਡੀਓਲੋਜੀ ਕਿਵੇਂ ਪ੍ਰੀਚ ਕਰਨੀ ਹੈ, ਮਾਰਕਸਿਜ਼ਮ ਕੀ ਹੈ ਜੀ ਜੀ, ਮਾਓਇਜ਼ਮ ਕੀ ਹੈ, ਉਹਦਾ ਮਾਓਇਸਟ ਥਾਟ ਪ੍ਰੀਚ ਕੀਤਾ ਜਾਂਦਾ ਸੀ ਜੀ ਜੀ। ਤੇ ਇਹ ਲੋਕ ਫਰੀडम ਫਾਈਟਰ ਸੀ ਪੁਰਾਣੇ ਜੀ। ਉੱਥੋਂ ਚਲਦੇ ਲੈਫਟ ਦੇ ਵਿੱਚ ਆ ਗਏ। ਰਾਦਰ ਗਦਰ ਪਾਰਟੀ ਦੇ ਕਾਫੀ ਲੋਕ ਲੈਫਟ ਦੇ ਵਿੱਚ ਆਏ ਸੀ। ਬਿਲਕੁਲ ਜੀ। ਇਹਨਾਂ ਨੇ ਕਿਰਤੀ ਪਾਰਟੀ ਬਣਾਈ, ਉਹਦੇ 'ਚ ਕੰਮ ਕੀਤਾ। ਸੋ ਇਹਨਾਂ ਦੀ ਬੈਕਗਰਾਊਂਡ ਲੋਕਾਂ ਦੀ ਇਹ ਸੀ ਜੀ। ਪਹਿਲੀ ਜਿਹੜੀ ਫੇਕ ਐਨਕਾਊਂਟਰ ਜਿਹੜਾ ਤੁਸੀਂ ਪੁੱਛਿਆ 92-93 ਜੀ, ਤੁਸੀਂ ਸੋਚ ਕੇ ਹੈਰਾਨ ਹੋ ਜਾਓ ਦੇਖ ਕੇ ਕਿ ਇਹ ਜਿਹੜੀ ਪਹਿਲੀ ਐਨਕਾਊਂਟਰ ਹੈ 70 ਦੇ ਵਿੱਚ ਹੁੰਦੀ ਹੈ ਜੀ। 25/3/1970 ਜੀ। ਤੇ 92-93 ਤੇ ਸਾਨੂੰ ਪਤਾ ਬਹੁਤ ਸਾਰੇ ਲੋਕਾਂ ਨੂੰ ਕਿ ਕਾਂਗਰਸ ਸਰਕਾਰ ਸੀ, ਬੇਅੰਤ ਸਿੰਘ ਨੂੰ ਲੋਕੀ ਦੋਸ਼ੀ ਮੰਨਦੇ ਨੇ। ਉਦੋਂ ਕਿਹੜੀ ਸਰਕਾਰ, ਅਕਾਲੀ ਸਰਕਾਰ ਕਿ ਕਾਂਗਰਸ ਸਰਕਾਰ ਸੀ ਉਦੋਂ ਜੀ? ਦੇਖੋ ਬੜੀ ਇੰਟਰਸਟਿੰਗ ਇਹ ਕਰੋਨੋਲੋਜੀ ਹੈ ਜੀ। 25/3/70 ਪਹਿਲੇ ਐਨਕਾਊਂਟਰ ਰੋਪੜ ਹੁੰਦੀ ਹੈ ਜੀ, ਇਸ ਜ਼ਿਲ੍ਹੇ ਦੇ ਵਿੱਚ ਜੀ। ਰੋਪੜ ਦੇ ਨੇੜੇ ਬਲਵੰਤ ਸਿੰਘ ਸੀ, ਕਾਮਰੇਡ ਉਜਾਗਰ ਸਿੰਘ ਸੀ ਤੇ ਕਾਮਰੇਡ ਦਰਬਾਰਾ ਸਿੰਘ ਸੀ। ਤਿੰਨ ਜਣੇ ਫੜ ਕੇ ਇਹਨਾਂ ਨੇ ਮਾਰੇ ਸੀ ਜੀ। 25/3/70 ਨੂੰ ਚੀਫ ਮਿਨਿਸਟਰ ਜਸਟਿਸ ਗੁਰਨਾਮ ਸਿੰਘ ਸੀ, ਅਕਾਲੀ ਦਲ ਦੀ ਸਰਕਾਰ ਸੀ ਜੀ। ਉਹਨਾਂ ਦੇ ਖਿਲਾਫ ਰਿਵੋਲਟ ਹੋ ਗਿਆ ਤੇ 27/3 2 ਦਿਨ ਬਾਅਦ ਜੀ ਪ੍ਰਕਾਸ਼ ਸਿੰਘ ਬਾਦਲ ਨੇ ਟੇਕ ਓਵਰ ਕਰ ਲਿਆ ਜੀ। ਇਹਨਾਂ ਨੇ ਟੇਕ ਓਵਰ ਕਰਨ ਤੋਂ ਬਾਅਦ ਉਸੇ ਦਿਨ ਹੀ ਸ਼ਾਇਦ ਅਗਲੇ ਦਿਨ ਜੀ ਪਹਿਲੇ ਇਨਕਾਊਂਟਰ ਹੁੰਦੀ ਹੈ, ਉਹ ਸੀ ਬਾਬਾ ਹਰੀ ਸਿੰਘ ਬਿਰਗਿੰਦ ਜੀ। ਉਸ ਤੋਂ ਬਾਅਦ ਦੂਸਰੇ ਇਨਕਾਊਂਟਰ ਬਾਬਾ ਬੂਝਾ ਸਿੰਘ ਜਿਹੜੇ ਨੌਨ ਇਸ ਪੀਰੀਅਡ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਟੇਕ ਓਵਰ ਕੀਤਾ ਤੇ ਬਾਬਾ ਬੂਝਾ ਸਿੰਘ ਦੇ ਨਾਲ ਇਨਕਾਊਂਟਰ ਹੋਈ 3-4 ਪਹਿਲਾਂ ਹੋ ਚੁੱਕੀਆਂ ਸੀ ਜੀ ਜੀ। ਮੈਜੋਰਿਟੀ ਐਨਕਾਊਂਟਰ ਨਕਸਲਾਈਟ ਮੁੰਡਿਆਂ ਦੀ
ਪ੍ਰਕਾਸ਼ ਸਿੰਘ ਬਾਦਲ ਦੇ ਜ਼ਮਾਨੇ ਦੇ ਵਿੱਚ ਹੋਈ ਹੈ। ਇਹ ਰਿਕਾਰਡ ਦਾ ਪਾਰਟ ਹੈ ਸਾਰਾ। ਜੀ, ਜੀ। ਇੱਕ ਇੱਕ ਦਾ ਕੇਸ ਸਾਹਮਣੇ ਡੇਟ ਵਾਈਜ਼ ਸਾਰਾ ਪਿਆ ਹੈ, ਬਿਲਕੁਲ ਸਾਰਾ ਰਿਕਾਰਡ ਪਿਆ ਹੈ। ਮਤਲਬ ਜਿਹੜੇ ਝੂਠੇ ਮੁਕਾਬਲੇ ਨੇ ਉਹਨਾਂ 'ਚ ਨਾ ਤੇ ਅਕਾਲੀਆਂ 'ਚ ਬੋਲਣ ਦੀ ਤੇ ਨਾ ਕਾਂਗਰਸੀਆਂ ਦੇ ਬੋਲਣ ਦੇ ਵਿੱਚ ਇਹਨੂੰ ਕਹਿ ਸਕਦੇ ਕਿ ਇਹਨਾਂ ਦੀ ਔਕਾਤ ਨਹੀਂ ਹੈਗੀ। ਦੋਨੇ ਮਿਲੇ ਹੋਏ ਨੇ, ਇਹਨਾਂ ਨੇ ਬਹੁਤ ਮੁੰਡੇ ਇਹਨਾਂ ਦੀ ਸਰਕਾਰਾਂ ਦੇ ਵਿੱਚ ਮਾਰੇ ਗਏ ਨੇ। ਇਹ ਲਗਾਤਾਰ ਹਰ ਇਸ਼ੂ ਤੇ ਦੋਵਾਂ ਦਾ ਆਲਮੋਸਟ ਇੱਕੋ ਹੀ ਸਟੈਟ ਰਿਹਾ। ਜੇ ਜੀ। ਤੁਸੀਂ ਕਿਤੇ ਡੀਪਲੀ ਸਟੱਡੀ ਕਰੋ ਨਾ, ਜੀ ਜੀ ਜਦੋਂ ਪਾਰਟੀ ਪਾਵਰ 'ਚ ਬਾਹਰ ਹੁੰਦੀ ਹੈ ਉਦੋਂ ਗੱਲ ਅਕਾਲੀ ਹੋਰ ਕਰਦੇ ਆ, ਜਦੋਂ ਪਾਵਰ 'ਚ ਆ ਜਾਂਦੇ ਆ ਹੋਰ ਕਰਦੇ ਆ। ਪਹਿਲਾ ਕੇਸ ਇਹੀ ਨਕਸਲੀਆਂ ਦਾ ਲੈ ਲਓ ਤੁਸੀਂ। ਜੀ ਜੀ ਚੁਣ ਚੁਣ ਕੇ ਮੁੰਡੇ ਉਸ ਵੇਲੇ ਫੇਕ ਐਨਕਾਊਂਟਰ 'ਚ ਮਾਰੇ ਗਏ। ਸਿਰਫ ਮਾਰੇ ਹੀ ਨਹੀਂ ਗਏ, ਜੀ ਬੁਰੀ ਤਰ੍ਹਾਂ ਟੌਰਚਰ ਕਰਕੇ ਮਾਰੇ ਗਏ। ਜੀ ਤੇ ਇਹਨਾਂ ਨੂੰ ਬੋਲਣ ਦਾ ਹੱਕ ਤਾਂ ਨਹੀਂ ਹੈਗਾ ਜੀ ਫਿਰ ਇਹਨਾਂ ਮਸਲਿਆਂ ਤੇ ਜੀ। ਜੇ ਤੁਸੀਂ ਉਸ ਵੇਲੇ ਦੇ ਉਹ ਟੌਰਚਰ ਦੇ ਕਹਾਣੀਆਂ ਕਿਸੇ ਨੇ ਰਿਕਾਰਡ ਕੀਤੀਆਂ ਹੋਣ, ਸਾਡੇ ਕੋਲ ਤਾਂ ਓਰਲ ਹਿਸਟਰੀ ਹੈ ਕਿਉਂਕਿ ਅਸੀਂ ਉਸ ਵੇਲੇ ਸਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਸੀਗਾ। ਜੀ ਜੀ ਤੇ ਬੰਦਾ ਹਿਲ ਜਾਂਦਾ ਵੀ ਕਿਸ ਤਰ੍ਹਾਂ ਮੁੰਡੇ ਮਾਰੇ ਘਲਾੜੀ ਦੇ ਵਿੱਚ ਬਾਂਹ ਦੇ ਕੇ ਜੀ ਬਾਂਹ ਦੇ ਦੇਣੀ, ਇੱਕ ਦੇ ਟੋਟੇ ਕਰਕੇ ਮਾਰਿਆ ਗਿਆ। ਜਿੱਦਾਂ ਮੁਗਲਾਂ ਨੇ ਸਾਡੇ ਹਾਂ ਐਗਜ਼ੈਕਟਲੀ ਉਸ ਤਰ੍ਹਾਂ ਹੀ ਗੁਰੂ ਸਾਹਿਬ ਜਾਂ ਸਾਡੀ ਉਸ ਸਮੇਂ ਜਿਹੜੀ ਫੌਜ ਸੀ ਜਿੱਦਾਂ ਉਹਨਾਂ ਨੂੰ ਤਸੀਹੇ ਦੇ ਕੇ ਮਾਰਿਆ ਜੀ। ਇਹ ਵੀ ਤਸੀਹੇ ਦੇ ਕੇ ਹੀ ਇਹਨਾਂ ਨੇ ਮਾਰੇ। ਇਹ ਵੀ ਮੁਗਲ ਹੀ ਹੋਏ ਜੀ। ਫਰਕ ਕੋਈ ਨਹੀਂ ਜੀ, ਸੇਮ ਪੈਟਰਨ ਸੀ। ਉਸ ਤਰ੍ਹਾਂ ਹੀ ਤਸੀਹੇ ਦਿੱਤੇ ਗਏ ਜੀ। ਇਸ ਤਰ੍ਹਾਂ ਹੀ ਤਸੀਹੇ ਉਦੋਂ ਦਿੱਤੇ ਗਏ ਜੀ ਜਦੋਂ ਇਹ ਸਿੱਖ ਮਿਲੀਟੈਂਟ ਮੂਵਮੈਂਟ ਸ਼ੁਰੂ ਹੋਈ। ਜੀ ਸੋ ਉਹ ਨੈਰੇਟਿਵ ਸੇਮ ਹੈ, ਭਾਵੇਂ ਅਕਾਲੀ ਸਰਕਾਰ ਹੋਵੇ ਜਾਂ ਕਾਂਗਰਸ ਸਰਕਾਰ ਹੋਵੇ ਜਾਂ ਪ੍ਰੈਜ਼ੀਡੈਂਟ ਰੂਲ ਹੋਵੇ। ਮਤਲਬ ਕਿ ਤੁਸੀਂ ਐਸਟੈਬਲਿਸ਼ਮੈਂਟ ਦੇ ਖਿਲਾਫ ਬੋਲੋਗੇ ਤੇ ਤੁਹਾਡੀ ਸਜ਼ਾ ਪੱਕੀ ਹੈ ਜੀ। ਸਜ਼ਾ ਪੱਕੀ ਹੈ, ਸਰਕਾਰ ਕੋਈ ਵੀ ਹੋਵੇ ਜੀ, ਸਜ਼ਾ ਸੇਮ ਹੈ ਜੀ। ਬਾਕੀ ਕਵਰ ਵੱਖਰਾ ਹੁੰਦਾ ਹੈ। ਸੋ ਬਾਦਲ ਸਾਹਿਬ ਉਸ ਵੇਲੇ ਰਹੇ ਹੈ ਤੇ ਮੈਕਸਿਮਮ ਉਦੋਂ ਸੀ ਤੇ ਉਸ ਤੋਂ ਬਦਨਾਮ ਬਾਅਦ ਗਿਆਨੀ ਜੈਲ ਸਿੰਘ ਆ ਗਏ। ਜੀ, ਬਦਨਾਮ ਪੁਲਿਸ ਵਾਲੇ ਨੇ ਇਸ਼ਾਰੇ ਇਹ ਕਰਦੇ ਨੇ ਆਪਣੇ ਫੀਤੀਆਂ ਲਾਉਣ ਦੇ ਚੱਕਰ 'ਚ ਬਹੁਤ ਮੁੰਡੇ ਮਾਰ ਜਦ ਗਏ। ਤੱਕ ਪੋਲੀਟੀਕਲ ਐਸਟੈਬਲਿਸ਼ਮੈਂਟ ਪਾਲਿਸੀ ਡਿਸਾਈਡ ਨਾ ਕਰੇ ਮਾਰਨ ਦੀ, ਜੀ ਜੀ ਫੈਸਲਾ ਤਾਂ ਪਾਲਿਸੀ ਡਿਸੀਜਨ ਹੋਣਾ ਹੈ ਜੀ ਜੀ ਉੱਪਰਲੇ ਲੈਵਲ ਤੇ, ਜੀ ਜੀ ਥੱਲੇ ਤਾਂ ਐਗਜ਼ੀਕਿਊਟ ਹੋਣਾ ਹੈ। ਜੀ ਫੈਸਲਾ ਕਰਨ ਵਾਲੇ ਕੌਣ ਸੀ ਜੀ ਉਹ ਦੇਖਣ ਵਾਲੀ ਗੱਲ ਹੈ। ਪਹਿਲੇ ਇਨਕਾਊਂਟਰ ਅਕਾਲੀਆਂ ਵੇਲੇ, ਜੀ ਦੂਸਰੇ ਇਨਕਾਊਂਟਰ ਤੇ ਪ੍ਰਕਾਸ਼ ਸਿੰਘ ਬਾਦਲ ਆ ਗਏ। ਜੀ ਸਭ ਤੋਂ ਜ਼ਿਆਦਾ ਇਹਨਾਂ ਦੇ ਰਾਜ ਦੇ ਵਿੱਚ ਮਰੇ ਮਾਰੇ ਗਏ, ਮਾਰੇ ਗਏ ਬਿਲਕੁਲ ਟੌਰਚਰ ਕਰਕੇ ਮਾਰੇ ਗਏ ਜੀ। ਹਾਂਜੀ, ਤੇ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਤਾਂ ਸਾਰਾ ਕੁਝ ਬਰਾਬਰ ਹੀ ਹੈ, ਕੋਈ ਫਰਕ ਨਹੀਂ ਕਿਸੇ ਦੇ ਵਿੱਚ। ਨਹੀਂ, ਹਾਲਾਂਕਿ ਉਹ ਮੁੱਖ ਮੰਤਰੀ ਨਾਲ ਜਸਟਿਸ ਵੀ ਲੱਗਾ ਸੀ ਉਹਨਾਂ ਦੇ। ਬਿਲਕੁਲ ਜਸਟਿਸ ਸੀ ਜੀ, ਜਸਟਿਸ ਗੁਰਨਾਮ ਸਿੰਘ ਸੀਗੇ। ਜਸਟਿਸ ਗੁਰਨਾਮ ਸਿੰਘ ਜੀ, ਤੇ ਤਦ ਵੀ ਉਹਨਾਂ ਦੀ ਸਰਕਾਰ ਦੇ ਵਿੱਚ ਮੁੰਡਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਸ਼ੁਰੂ ਉੱਥੋਂ ਹੁੰਦਾ ਜੀ, ਤੇ ਅੱਗੇ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਆ ਜਾਂਦਾ ਜੀ। ਉਹ ਫਿਨਾਮਨਾ ਚੱਲੀ ਜਾਂਦਾ ਤੇ ਹੁਣ ਤੱਕ ਚੱਲੀ ਜਾਂਦਾ ਸਾਡੇ ਉਹ ਅੱਜ ਤੱਕ ਫਿਕਰ ਕਾਊਂਟਰ ਚੱਲ ਰਹੀਆਂ ਪੰਜਾਬ ਦੇ ਵਿੱਚ। ਤੇ ਤੁਹਾਨੂੰ ਲੱਗਦਾ ਕਿ ਇਹ ਪੰਜਾਬ ਦੇ ਵਿੱਚ ਹੀ ਜਿਹੜਾ ਝੂਠੇ ਮੁਕਾਬਲੇ ਹੁੰਦੇ ਕਿ ਬਾਕੀ ਸਟੇਟਸ ਵੀ ਇਸ ਤਰ੍ਹਾਂ ਹੀ ਹੈ। ਤੁਸੀਂ ਆਪਣਾ ਮੌਸ, ਜਿੱਥੇ ਮੌਸ ਮੂਵਮੈਂਟ ਕਹਿ ਦਿੰਦੇ ਆ, ਨਾਰਥ ਈਸਟ ਜੀ, ਨਾਰਥ ਈਸਟ ਲੈ ਲਓ, ਸੈਂਟਰਲ ਇੰਡੀਆ ਲੈ ਲਓ, ਸੈਂਟਰਲ ਇੰਡੀਆ, ਆਪਣੀ ਛੱਤੀਸਗੜ੍ਹ, ਝਾਰਖੰਡ ਵਗੈਰਾ, ਝਾਰਖੰਡ ਸਾਰਾ ਤੁਹਾਡਾ ਮਹਾਰਾਸ਼ਟਰ ਦਾ ਪਾਰਟ ਇੱਥੋਂ ਸ਼ੁਰੂ ਹੁੰਦੀ ਹੈ, ਜੀ ਜੀ, ਉੱਪਰ ਵੈਸਟ ਬੰਗਾਲ ਤੱਕ ਬੈਲਟ ਜਾਂਦੀ ਹੈ। ਜੀ ਜੀ। ਇਹਦੇ ਅੰਦਰ ਜੋ ਕੁਝ ਹੋ ਰਿਹਾ ਪੰਜਾਬ ਦਾ ਤਾਂ ਰਿਪੋਰਟ ਹੋ ਜਾਂਦਾ ਸੀ ਉਸ ਵੇਲੇ ਵੀ, ਤੇ ਹੁਣ ਵੀ ਮਾੜਾ ਮੋਟਾ। ਜੀ ਜੀ। ਉੱਥੇ ਦਾ ਰਿਪੋਰਟ ਵੀ ਕੁਝ ਨਹੀਂ ਹੋ ਰਿਹਾ। ਉੱਥੇ ਤਾਂ ਡੈਂਸ ਜੰਗਲ ਹੈਗੇ ਆ, ਲੋਕਾਂ ਨੂੰ ਮਾਰ ਕੇ ਛੱਡ ਦਿੰਦੇ, ਪਤਾ ਨਹੀਂ ਲੱਗਦਾ, ਕਈ ਦਿਨ ਪਤਾ ਨਹੀਂ ਲੱਗਦਾ ਕਿ ਬੰਦੇ ਮਰ ਗਏ। ਉੱਥੇ ਤਾਂ ਇਹ ਹਾਲਤ ਹੈ। ਇਹ ਜਿਹੜਾ ਬਾਬਾ ਬੂਝਾ ਸਿੰਘ ਵਾਲਾ ਇੱਕ ਜਿਸ ਹੋਇਆ ਕਿ ਜਸਟਿਸ ਉਹਨਾਂ ਨੇ ਇਸ ਮਸਲੇ ਦੀ ਜਾਂਚ ਕੀਤੀ ਤੇ ਉਹਨਾਂ ਨੇ ਡਿਕਲੇਅਰ ਕੀਤਾ ਸੀ ਕਿ ਝੂਠਾ ਮੁਕਾਬਲਾ ਹੈ। ਜਸਟਿਸ VM ਤਾਰਕੁੰਡੇ। ਹੁਣ ਜਦੋਂ ਸਾਡੇ ਜਿਹੜੇ ਹੁਣ ਬਾਅਦ 'ਚ ਫੇਰ ਇਨਕਾਊਂਟਰ ਝੂਠੇ ਮੁਕਾਬਲੇ ਹੋਏ, ਅਦਾਲਤਾਂ ਨੇ, ਚਾਹੇ CBI ਦੀ ਅਦਾਲਤ ਵਿੱਚ, ਹਾਈ ਕੋਰਟ, ਚਾਹੇ ਸੁਪਰੀਮ ਕੋਰਟ, ਉਹਨਾਂ ਨੇ ਪੁਲਿਸ ਵਾਲਿਆਂ ਨੂੰ ਦੋਸ਼ੀ ਡਿਕਲੇਅਰ ਕੀਤਾ। ਲੇਕਿਨ ਸਾਡੀਆਂ ਸਰਕਾਰਾਂ ਫਿਰ ਜਾ ਕੇ ਗਵਰਨਰ ਕੋ ਮਰਸੀ ਪੀ ਲੈ ਲੈਂਦੀਆਂ ਕਿ ਨਹੀਂ, ਇਹ ਪੁਲਿਸ ਦਾ ਜੀ ਮੋਰਾਲ ਡਾਊਨ ਹੋ ਜਾਏਗਾ ਜੀ, ਬੰਦੇ ਮਾਰ ਕੇ, ਇੰਨੇ ਬੰਦੇ ਮਾਰ ਕੇ, ਝੂਠੇ ਮਾਰ ਕੇ, ਫਿਰ ਵੀ ਪੁਲਿਸ ਦਾ ਮੋਰਾਲ ਡਾਊਨ ਹੋ ਜਾਂਦਾ ਜੀ। ਪੰਜਾਬ ਦੇ ਵਿੱਚ ਜਿੰਨੀਆਂ ਫੇਕ ਐਨਕਾਊਂਟਰ ਹੋਈਆਂ ਮੇਰੇ ਖਿਆਲ 'ਚ ਹਿੰਦੁਸਤਾਨ 'ਚ ਕਿਤੇ ਵੀ ਨਹੀਂ ਹੋਈਆਂ ਜੀ। 2500 ਤਾਂ ਰਿਕਾਰਡ ਤੇ ਆ ਗਿਆ ਸੀ ਜਦੋਂ CBI ਇਹਨੇ ਇਨਕੁਆਇਰੀ ਕੀਤੀ, ਜਿਸ ਆਪਣੇ ਖਰੜਾ ਕੇਸ ਦੇ ਵਿੱਚ ਜਿਹੜੇ ਡਿਸਪੀਅਰੈਂਸਸ ਹੋਈਆਂ ਸੀਗੀਆਂ। ਜੀ ਜੀ ਜੀ। 3 ਕ੍ਰਿਮੀਨਲ ਗਰਾਊਂਡ ਦਾ ਰਿਕਾਰਡ ਲੈ ਕੇ ਜਦੋਂ ਸੁਪਰੀਮ ਕੋਰਟ ਨੇ ਕੇਸ ਆਪਣੇ ਹੱਥ ਦੇ ਵਿੱਚ ਲਿਆ, ਜੀ ਜੀ, ਤੇ ਉਹਨਾਂ ਨੇ ਅਲਟੀਮੇਟਲੀ ਕੰਪਨਸੇਸ਼ਨ ਅਨਾਉਂਸ ਕੀਤਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ, ਉਹ 2500 ਦਾ ਕੇਸ ਸੀ ਆਲਮੋਸਟ। ਜੀ।
ਹੁਣ ਜਿਹੜੀ ਲੇਟੈਸਟ ਫਿਗਰਸ ਆ ਰਹੀ ਹੈ, ਜਿਹੜੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਆਪਣੇ ਤੌਰ ਤੇ ਸਾਰੀ ਸਟੱਡੀ ਕੀਤੀ, ਉਸ ਤਰ੍ਹਾਂ ਹੀ ਜਿਵੇਂ ਪਹਿਲਾਂ ਕੀਤੀ ਸੀਗੀ, ਫਿਗਰ 8000 ਦੇ ਆਸ-ਪਾਸ ਪਹੁੰਚ ਚੁੱਕੀ ਹੈ ਜੀ। ਉਹ ਵੀ ਫਾਈਨਲ ਨਹੀਂ ਹੈ ਜੀ, ਮਤਲਬ ਸਾਡੇ ਚਾਹੀਦਾ ਤਾਂ ਇਹ ਸੀ 12000 ਪਿੰਡ ਲਗਭਗ ਦੇ ਉਹਦੇ 8000 ਪਿੰਡ, ਹਰ ਇੱਕ ਪਿੰਡ 'ਚ ਇੱਕ ਹਰ ਇੱਕ ਬੱਚਾ ਪਿੰਡ ਦੇ ਵਿੱਚੋਂ ਆਲਮੋਸਟ ਕੋਈ ਨਾ ਕੋਈ ਬੱਚਾ ਮਰਿਆ ਜੀ। ਚਾਹੀਦਾ ਤਾਂ ਇਹ ਸੀ ਜਦੋਂ ਅਕਾਲੀ ਸਰਕਾਰ ਆਈ ਸੀ, ਕਿਉਂਕਿ ਇਹਨਾਂ ਦਾ ਵਾਅਦਾ ਪ੍ਰੋਮਿਸ ਸੀ ਅਸੀਂ ਐਕਸ਼ਨ ਲਵਾਂਗੇ, ਜਿਹੜੇ ਗਿਲਟੀ ਪੁਲਿਸ ਅਫਸਰ ਹੈਗੇ ਜਦੋਂ ਇਹਨਾਂ ਨੇ ਜਸਵੰਤ ਸਿੰਘ ਖਾਲੜਾ ਨੂੰ ਮਾਰਿਆ ਉਦੋਂ ਕਿ ਕਮਿਸ਼ਨ ਵੀ ਬਣਾਵਾਂਗੇ ਝੂਠੇ ਮੁਕਾਬਲੇ ਨਾਲ ਸੱਚ ਆਊਗਾ, ਸਾਰੇ ਪ੍ਰੋਮਿਸ ਸੀ ਇਹਨਾਂ ਦੇ ਮੈਨੀਫੈਸਟੋ ਚ ਕੋਲ ਇਲੈਕਸ਼ਨ ਦੇ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਉਹਦੇ ਵਿੱਚ। ਚਾਹੀਦਾ ਤਾਂ ਇਹ ਸੀ ਕਿ ਇਨਕੁਆਇਰੀ ਬੈਠਦੀ ਤੇ ਘੱਟੋ ਘੱਟ ਇਹਦਾ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਕਿੰਨੇ ਲੋਕ ਫੇਕ ਐਨਕਾਊਂਟਰ 'ਚ ਮਾਰੇ ਗਏ ਜੀ। ਐਕਸ਼ਨ ਤਾਂ ਬਾਅਦ ਦੀ ਗੱਲ ਹੈ ਜੀ। ਜਿਹੜੀ ਤੁਸੀਂ ਜਸਟਿਸ ਤਾਰਕੁੰਡੇ ਦੀ ਗੱਲ ਕੀਤੀ ਹੈ ਉਹ ਪਬਲਿਕ ਕਮਿਸ਼ਨ ਸੀ, ਸਰਕਾਰੀ ਨਹੀਂ ਸੀ। ਅੱਛਾ, ਪਬਲਿਕ ਕਮਿਸ਼ਨ ਹਾਂ, ਹਿਊਮਨ ਰਾਈਟਸ ਬਾਡੀਜ਼ ਨੇ ਇਕੱਠੇ, ਆਪਣਾ ਕੁਲਦੀਪ ਨਈਅਰ ਵੀ ਐਸੋਸੀਏਟਡ ਸੀ ਉਹਦੇ ਨਾਲ ਜੀ ਜੀ। ਜਸਟਿਸ ਤਾਰਕੁੰਡੇ 3-4 ਲੋਕ ਸੀਗੇ ਤੇ ਉਹਨਾਂ ਨੇ ਇਨਕੁਆਇਰੀ ਕੀਤੀ ਸੀ, ਉਹਦੀ ਰਿਪੋਰਟ ਦਿੱਤੀ ਸੀ। ਉਸ ਤਰ੍ਹਾਂ ਦਾ ਹੀ ਕਮਿਸ਼ਨ ਭਾਵੇਂ ਸਰਕਾਰ ਨਾ ਬਣਾਉਂਦੀ, ਮੇਰੇ ਖਿਆਲ 'ਚ ਪੰਜਾਬ ਦੇ ਵਿੱਚ ਵੀ ਅੱਜ ਵੀ ਬਣਨਾ ਚਾਹੀਦਾ, ਇੱਕ ਟਰੁਥ ਕਮਿਸ਼ਨ ਬਣਨਾ ਚਾਹੀਦਾ। ਉਹਨੂੰ ਨਾ ਕੋਈ ਵੀ ਦੇ ਦਿਓ, ਨਾ ਕੁਝ ਵੀ ਦੇ ਦਿਓ, ਨਾ ਕੋਈ ਵੀ ਦੇ ਦਿਓ, ਉਹ ਬਣਾਉਣ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਯਾਦ ਹੋਵੇ 98 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀਗੀ, ਜਸਟਿਸ ਕੁਲਦੀਪ ਸਿੰਘ ਨੂੰ ਨਾਲ ਐਸੋਸੀਏਟ ਕੀਤਾ ਗਿਆ ਸੀ, ਬਿਲਕੁਲ ਜੀ। ਉਹ ਵਾਈਡ ਅਪ ਕਰਨਾ ਪਿਆ ਤੇ ਉਹ ਨਹੀਂ ਦਿੱਤਾ ਗਿਆ। ਸੋ ਅੱਜ ਵੀ ਲੋੜ ਹੈ ਪੰਜਾਬ ਦੇ ਵਿੱਚ ਕਿ ਸੱਚਾਈ ਬਾਹਰ ਆਵੇ, ਘੱਟੋ ਘੱਟ ਇਹ ਤਾਂ ਪਤਾ ਲੱਗੇ ਪੰਜਾਬ ਦੇ ਵਿੱਚ ਕਿੰਨੇ ਲੋਕ ਫੇਕ ਐਨਕਾਊਂਟਰ 'ਚ ਮਾਰੇ ਗਏ। ਸਰਕਾਰਾਂ ਨੇ ਜਸਵੰਤ ਸਿੰਘ ਖਾਲੜਾ ਮਾਰਤਾ ਜੀ, ਮਾਰ ਮੁਕਾਇਆ, ਫਿਰ ਕਹਿੰਦੇ ਅਕਾਲ ਤਖਤ ਸਾਹਿਬ ਦੇ ਇੱਕ ਜਥੇਦਾਰ ਦਾ ਵੀ ਇਨਕਾਊਂਟਰ ਹੋ, ਕੌਂਕੇ ਸਾਹਿਬ ਦਾ, ਉਹ ਵੀ ਮੈਂ ਜਸਟਿਸ ਕੌਂਕੇ ਆਪਣੇ ਗੁਰਦੇਵ ਸਿੰਘ ਕੌਂਕੇ ਹੋਰਾਂ ਦੀ ਇਨਕਾਊਂਟਰ ਹੋਈ ਸੀ ਜੀ ਜੀ, ਨੌਨ ਕੇਸ ਆ, ਸਭ ਕੁਝ ਹੈ ਜੀ ਜੀ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ 97 ਤੋਂ ਬਾਅਦ ਉਹਦੀ ਇਨਕੁਆਇਰੀ ਆਰਡਰ ਕੀਤੀ ਸੀ ਜੀ। IGC ਤਿਵਾੜੀ, ਐਮ ਕੇ ਤਿਵਾੜੀ ਸੀ ਸ਼ਾਇਦ ਜੀ, ਤੇ ਉਹਨਾਂ ਨੇ ਇਨਕੁਆਇਰੀ ਕੀਤੀ ਸੀ ਜੀ। ਅੱਜ ਤੱਕ ਨਹੀਂ ਪਤਾ ਕਿ ਉਸ ਰਿਪੋਰਟ ਦਾ ਕੀ ਹੋਇਆ ਸੀ ਜੀ। 15 ਸਾਲ ਅਕਾਲੀਆਂ ਨੇ ਰਾਜ ਕੀਤਾ, ਘੱਟੋ ਘੱਟ ਇੱਕ ਇਨਕੁਆਇਰੀ ਰਿਪੋਰਟ ਤਾਂ ਪਬਲਿਕ ਕਰ ਦਿਓ ਜੀ। 2-3 ਵਾਰ ਡੈਲੀਗੇਸ਼ਨ ਵੀ ਮਿਲੇ ਬਾਦਲ ਸਾਹਿਬ ਨੂੰ ਕਿ ਉਹ ਰਿਪੋਰਟ ਪਬਲਿਕ ਕਰੋ, ਉਹ ਕਦੇ ਰਿਲੀਜ਼ ਨਹੀਂ ਹੋਈ। ਮਤਲਬ ਜਦੋਂ ਸਰਕਾਰਾਂ ਨੇ ਇਹ ਨਹੀਂ ਵੇਖਦੀਆਂ ਕਿ ਬੰਦਾ ਛੋਟਾ ਵੱਡਾ, ਕਿ ਇਹ ਹੈ ਕਿ ਸਰਕਾਰ ਵਾਸਤੇ, ਸਰਕਾਰ ਨੂੰ ਤੰਗ ਕਰੂਗਾ, ਪਰੇਸ਼ਾਨ ਕਰੂਗਾ, ਇੱਕ ਮੂਵਮੈਂਟ ਖੜੀ ਕਰੂਗਾ, ਚਾਹੇ ਬਾਬਾ ਬੂਝਾ ਸਿੰਘ ਸੀ ਜਾਂ ਬਾਬਾ ਹਰੀ ਸਿੰਘ ਜੀ, ਚਾਹੇ ਜਸਵੰਤ ਸਿੰਘ ਖਾਲੜਾ ਸੀ ਜਾਂ ਫਿਰ ਗੁਰਦੇਵ ਸਿੰਘ ਕੌਂਕੇ। ਜਿਹੜਾ ਵੀ ਇਨਸਾਨ ਕੁਐਸਚਨ ਕਰਦਾ ਹੈ ਜੀ ਸਰਕਾਰ ਦੇ ਕਿਸੇ ਐਕਸ਼ਨ ਨੂੰ, ਇਹਨਾਂ ਦੀ ਆਈਡੀਓਲੋਜੀ ਨੂੰ ਜੀ, ਉਹ ਇਹਨਾਂ ਦਾ ਦੁਸ਼ਮਣ ਹੈ। ਹੁਣ ਤਾਂ ਗੱਲ ਹੋਰ ਵੀ ਬਹੁਤ ਤਿੱਖੀ ਹੋ ਗਈ ਨਾ, ਹੁਣ ਤਾਂ ਹਰ ਤੀਜੇ ਬੰਦੇ ਦੇ ਸਟਡੀਸ਼ਨ ਦਾ ਚਾਰਜ ਲੱਗ ਜਾਂਦਾ ਜੀ ਜੀ, ਅੰਦਰ ਬੰਦਾ ਕਰ ਦਿੰਦੇ ਆ ਜੀ ਜੀ, ਕਿਤਾਬ ਰੱਖਣ ਤੇ ਹੀ ਬੰਦਾ ਅਰੈਸਟ ਹੋ ਜਾਂਦਾ ਹੈ ਜੀ ਜੀ। ਹੁਣ ਤਾਂ ਸਿਰੇ ਤੇ ਗੱਲ ਜਾ ਰਹੀ ਹੈ, ਬਿਲਕੁਲ ਜੀ, ਬਿਲਕੁਲ ਸਿਸਟਮ ਸਾਰਾ। ਲੇਕਿਨ ਇਹ ਲਗਾਤਾਰ ਇਹ ਗੱਲ ਇਸ ਪਾਸੇ ਵਧੀ ਹੈ। ਇਹਦੇ ਵਿੱਚ ਇਹ ਫਰਕ ਨਹੀਂ ਪੈਂਦਾ ਕਿ ਕਿਹੜੀ ਪਾਰਟੀ ਇਨ ਪਾਵਰ ਹੈ। ਪੰਜਾਬ ਦਾ ਕੇਸ ਆਪਣੇ ਕੋਲ ਕਲਾਸਿਕ ਐਗਜ਼ਾਮਪਲ ਹੈ ਜੀ। ਜਿਹੜੇ ਲੋਕ ਕਿਸੇ ਵੇਲੇ ਹਾਂ ਦਾ ਨਾਰਾ ਮਾਰਦੇ ਸੀਗੇ ਜੀ, ਆਊਟ ਆਫ ਪਾਵਰ, ਉਹਨਾਂ ਨੇ ਆ ਕੇ ਉਹੀ ਕੁਛ ਕੀਤਾ ਜੋ ਬਾਕੀ ਕਰਦੇ ਸੀ। ਕੋਈ ਫਰਕ ਨਹੀਂ ਆ ਗਿਆ ਜੀ, ਬਿਲਕੁਲ ਕੋਈ ਫਰਕ ਨਹੀਂ। ਜੇ ਤੁਸੀਂ ਉਹੀ ਪੁਲਿਸ ਅਫਸਰ ਜਿਨ੍ਹਾਂ ਨੇ ਫੇਕ ਐਨਕਾਊਂਟਰ 'ਚ ਇੰਨੇ ਬੰਦੇ ਮਾਰੇ ਹੋਣ, ਉਹਨਾਂ ਨੂੰ ਰਿਵਾਰਡ ਕੀਤਾ ਹੋਵੇ, ਫਿਰ ਤਾਂ ਗੱਲ ਤਾਂ ਬਰਾਬਰ ਹੈ, ਬਰਾਬਰ ਹੈ। ਪਰ ਤੁਸੀਂ ਜਿਹੜੇ ਉਹਨਾਂ ਨੇ ਬੰਦੇ ਮਾਰੇ, ਤੁਸੀਂ ਜਾਇਜ਼ ਠਹਿਰਾਤੇ, ਉਹਨਾਂ ਨੂੰ ਰਿਵਾਰਡ ਕਰਕੇ ਉਹ ਫੇਕ ਐਨਕਾਊਂਟਰ ਜਾਇਜ਼ ਹੋ ਗਏ। ਮਤਲਬ ਕਿ ਵਿਰੋਧੀ ਪਾਰਟੀ ਦਾ ਇਹੀ ਮਤਲਬ ਹੈ ਕਿ ਵਿਰੋਧ ਕਰਨਾ, ਸਿਰਫ ਵਿਰੋਧ ਕਰਨਾ, ਲੋਕਾਂ ਦੇ ਇੰਟਰਸਟ ਦੀ ਗੱਲ ਨਹੀਂ ਕਰਨੀ, ਇੰਟਰਸਟ ਦੀ ਗੱਲ, ਸਿਰਫ ਆਪਣੀ ਸਿਆਸਤ ਕਰਨੀ। ਸੋ ਮੈਂ ਵਾਰ-ਵਾਰ ਇਹੀ ਗੱਲ ਕਹਿਣਾ ਹੁੰਦਾ ਕਿ ਜਦੋਂ ਇਹਨਾਂ ਨੇ ਉਹਨਾਂ ਅਫਸਰਾਂ ਨੂੰ ਨਵਾਜਿਆ ਜੀ, ਇਹਦੇ ਨਾਲ ਜਿਹੜੀ ਉਹ ਫੇਕ ਐਨਕਾਊਂਟਰ ਸੀਗੀਆਂ ਜੀ, ਉਹ ਜਸਟੀਫਾਈ ਇਹਨਾਂ ਨੇ ਕਰਤੀ। ਅੱਛਾ, ਇਹ ਕਰੋ ਕਿ ਇਹ ਜਿਹੜੀਆਂ ਸਰਕਾਰਾਂ ਵੀ, ਤੁਸੀਂ ਬਾਬਾ ਬੂਝਾ ਸਿੰਘ ਹੋ ਗਏ ਜਾਂ ਜਸਵੰਤ ਸਿੰਘ ਖਾਲੜਾ ਜਾਂ ਹੋਰ ਵੀ ਲੋਕ ਜਿਹੜੇ ਤੁਸੀਂ ਮਾਰੇ ਨੇ, ਤੇ ਅਸੀਂ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜਿਹਨਾਂ ਹੱਸ ਕੇ ਦੇਸ਼ ਵਾਸਤੇ ਫਾਂਸੀ ਦਾ ਰਸਤਾ ਚੁੰਮੇ, ਅਸੀਂ ਤਾਂ ਉਹਨਾਂ ਦਾ ਰਿਸ਼ਤੇਦਾਰ ਵੀ ਮਾਰ ਮੁਕਾਇਆ। ਅਸੀਂ ਤਾਂ ਕੋਈ ਫਰਕ ਛੱਡਿਆ ਹੀ ਨਹੀਂ ਕਿਸੇ ਗੱਲ ਤੇ ਆ ਕੇ ਜੀ। ਉਹ ਕੇਸ ਕੋਰਟ ਦੇ ਵਿੱਚ ਕਿੰਨੇ ਸਾਲ ਚੱਲਦਾ ਰਿਹਾ, ਤੱਕ ਬਹੁਤ ਚਿਰ ਸੁਪਰੀਮ ਕੋਰਟ ਤੱਕ ਕੇਸ ਗਿਆ ਜੀ ਜੀ, ਤੇ ਲੇਕਿਨ ਫਿਰ ਵੀ ਕਿਸੇ ਸਿਰੇ ਗੱਲ ਨਹੀਂ ਲੱਗਦੀ। ਲੋਕਾਂ ਨੂੰ ਇਨਸਾਫ ਕਦੇ ਵੀ ਨਹੀਂ ਮਿਲਿਆ ਫੇਕ ਐਨਕਾਊਂਟਰ ਤੇ ਜੀ।
ਪੁਲਿਸ ਵਾਲੇ ਕਿਤੇ ਛੋਟੇ ਲੈਵਲ ਤੇ ਆ ਕੇ ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਹੁੰਦਾ ਹੈ ਉਹਨਾਂ ਤੇ ਕੇਸ ਬਣ ਜਾਂਦੇ ਆ, ਕਿਤੇ ਸਜ਼ਾ ਵੀ ਹੋ ਜਾਂਦੀ ਹੈ ਜੀ। ਲੇਕਿਨ ਜਿਨ੍ਹਾਂ ਨੇ ਪਾਲਿਸੀ ਬਣਾਈ ਸੀ, ਉੱਪਰੋਂ ਆਰਡਰ ਕੀਤੇ ਸੀ, ਉਹਨਾਂ ਦੇ ਬਾਰੇ ਤਾਂ ਅਜੇ ਤੱਕ ਕਦੇ ਹੋਇਆ ਹੀ ਨਹੀਂ। ਇਹ ਵੀ ਜਿਹੜੇ ਲੋਅਰ ਲੈਵਲ ਤੇ ਹੈਗੇ ਆ, ਇਹਨਾਂ ਨੂੰ ਵੀ ਸਰਕਾਰਾਂ ਛੁਡਾ ਲੈਂਦੀਆਂ। ਹਾਂ, ਹੁਣ ਤਾਜ਼ਾ ਪੰਜਾਬ ਦੇ ਵਿੱਚ ਇਹ ਹੋਇਆ ਹੈ ਨਾ, ਹੋਇਆ ਜੀ, ਬਿਲਕੁਲ। ਹਾਂਜੀ, ਗਵਰਨਰ ਤੋਂ ਆਰਡਰ ਕਰਵਾ ਲੈਂਦੇ ਵੀ ਇਹ ਇਹਨਾਂ ਬੰਦੇ ਰਿਲੀਜ਼ ਕਰ ਦਿਓ, ਸੋ ਗੱਲ ਉੱਥੇ ਹੀ ਆ ਜਾਂਦੀ ਹੈ। ਮਤਲਬ ਕਿ ਜਨਤਾ ਵਾਸਤੇ ਸਰਕਾਰਾਂ ਦਾ ਜਾਂ ਪੁਲਿਸ ਦਾ ਇਸ਼ਾਰਾ ਕਿ ਐਜ ਇੱਕ ਨਾਗਰਿਕ ਹੀ ਕੰਮ ਕਰਦੇ ਰਹੋ, ਸਰਕਾਰ ਚੰਗੀ ਹੈ ਜਾਂ ਮਾੜੀ ਆ, ਬਸ ਤੁਸੀਂ ਆਪਣੀ ਰੋਜੀ ਰੋਟੀ ਤੱਕ ਮਤਲਬ ਰੱਖੋ। ਜੇ ਆਏ ਬਾਏ ਜਾਓਗੇ ਤੇ ਤੁਹਾਡੇ ਨਾਲ ਇਹ ਹਸ਼ਰ ਹੋ ਸਕਦਾ। ਜੇ ਤੁਸੀਂ ਸਿਸਟਮ ਨੂੰ ਕੁਐਸਚਨ ਕਰੋਗੇ ਨਾ, ਜੀ ਜੀ, ਉਹਦਾ ਤੁਹਾਡਾ ਕੁਐਸਚਨ ਕੁਝ ਵੀ ਹੋ ਸਕਦਾ। ਇਹ ਜਿਹੜਾ ਐਕਸਪੀਰੀਅੰਸ ਹੈ ਪਿਛਲੇ 50 ਸਾਲ ਦਾ, ਉਹ ਤੁਹਾਡੇ ਸਾਹਮਣੇ ਸਾਰਿਆਂ ਦੇ। ਤੇ ਸਰਕਾਰਾਂ ਮਾਫੀ ਨਹੀਂ ਮੰਗਦੀਆਂ। ਨਹੀਂ, ਬਿਲਕੁਲ ਨਹੀਂ ਜੀ। ਸਰਕਾਰ ਚਾਹੇ ਭਗਤ ਸਿੰਘ ਦਾ ਭੈਣ ਦਾ ਜਵਾਈ ਮਾਰਿਆ ਹੋਵੇ, ਚਾਹੇ ਬਾਬਾ ਬੂਝਾ ਸਿੰਘ ਨੂੰ ਮਾਰਿਆ ਹੋਵੇ, ਚਾਹੇ ਜਸਵੰਤ ਸਿੰਘ ਖਾਲੜਾ ਨੂੰ ਮਾਰਿਆ ਹੋਵੇ, ਸਾਰਿਆਂ ਦਾ ਬਰਾਬਰ ਹੀ ਹੈ, ਕੋਈ ਕਿਤੇ ਕੋਈ ਫਰਕ ਨਹੀਂ। ਔਰ ਓਪਨਲੀ ਇਹ ਸਾਰਾ ਕੰਮ ਹੁੰਦਾ। ਪੁਲਿਸ ਅਫਸਰ ਬਾਅਦ ਦੇ ਵਿੱਚ ਰਿਕਾਰਡ ਤੇ ਵੀ ਆਏ ਕਿੰਨੇ ਜੀ ਕਿ ਅਸੀਂ ਇਹ ਕੰਮ ਕੀਤੇ ਹੈ ਜੀ। ਇਜ਼ਹਾਰ ਆਲਮ ਉਹ ਅਫਸਰ ਹੈ ਜਿਹਨੇ ਪਬਲਿਕਲੀ ਇਹ ਕਿਹਾ ਸੀ, ਉਹਨਾਂ ਦੀ ਤੁਸੀਂ ਖਬਰ ਚੱਕ ਲਓ, ਉਹਦੇ ਵਿੱਚ ਸਾਰਾ ਮੈਂਸ਼ਨਡ ਹੈ ਉਸ ਵੇਲੇ ਦਾ। ਜੀ ਜੀ, ਸ਼ਾਇਦ ਪੱਟੀ ਕੋਈ ਇਹਨਾਂ ਦੀ ਕਾਨਫਰੰਸ ਕੀਤੀ ਸੀ, ਉਦੋਂ ਪਬਲਿਕ ਰਿਲੇਸ਼ਨ ਐਸਆਈ ਦੇ ਵਿੱਚ ਜਾ ਕੇ ਹਰ ਥਾਂ ਤੇ ਆਪਣੀ ਕਾਨਫਰੰਸਾਂ ਕਰ ਰਹੇ ਸੀਗੇ ਜੀ। ਉੱਥੇ ਅਨਾਉਂਸ ਕੀਤਾ ਸੀ ਵੀ ਇਹ ਜਿਹੜੇ ਮੁੰਡੇ ਆ ਇਹਨਾਂ ਦੇ ਖਿਲਾਫ ਤਾਂ ਕੋਈ ਗਵਾਹੀ ਦੇਣ ਨੂੰ ਤਿਆਰ ਨਹੀਂ ਹੁੰਦਾ ਤੇ ਕੋਰਟ 'ਚ ਕੇਸ ਨਹੀਂ ਚੱਲ ਸਕਦੇ, ਇਸ ਕਰਕੇ ਅਸੀਂ ਮਾਰ ਦਿੰਦੇ। ਉਹੀ ਇਜ਼ਹਾਰ ਆਲਮ ਅਕਾਲੀ ਪਾਰਟੀ 'ਚ ਵਾਈਸ ਪ੍ਰੈਜ਼ੀਡੈਂਟ ਬਣਦੇ ਨੇ, ਟਿਕਟ ਦਿੰਦੇ, ਵਿਰੋਧ ਹੁੰਦਾ, ਉਹਦੀ ਘਰ ਵਾਲੀ ਐਮਐਲਏ ਬਣਦੀ ਹੈ, ਉਹ ਸੀਪੀਐਸ ਵੀ ਬਣ ਜਾਂਦੀ ਹੈਗੀ। ਇਹ ਤਾਂ ਸਾਰਾ ਕੁਝ ਰਿਕਾਰਡ ਤੇ ਹੈ। ਜਦੋਂ ਮੈਂ ਕਹਿੰਦਾ ਕਿ ਬੰਦੇ ਨਵਾਜੇ ਗਏ, ਜੀ ਜੀ, ਉਹੀ ਲੋਕ। ਤੇ ਆਲਮ ਸੇਨਾ ਜਿਹੜੀ ਇਹ ਕੁਝ ਕਰਦੀ ਸੀ, ਉਹ ਦੇਖੋ ਉਹ ਨਾਂ ਛਪਦਾ ਰਿਹਾ ਲਗਾਤਾਰ ਅਖਬਾਰਾਂ 'ਚ ਵੀ ਆਲਮ ਸੇਨਾ ਹੈ ਜੀ। ਪਹਿਲੇ ਜਿਹੜੇ ਕੈਟ ਸੀਗੇ ਉਹਨਾਂ ਨੂੰ ਆਲਮ ਸੇਨਾ ਕਿਹਾ ਜਾਂਦਾ ਸੀ ਜੀ। ਕੈਟ ਤਾਂ ਬਾਅਦ 'ਚ ਕਰਨ ਲੱਗੇ ਜੀ। ਸੋ ਉਹ ਇਤਿਹਾਸ ਤਾਂ ਸਾਰਾ ਸਾਹਮਣੇ ਰਿਕਾਰਡ ਤੇ ਹੈ, ਨਾਲੇ ਸਾਰਾ ਕੁਝ ਰਿਕਾਰਡ ਤੇ। ਉਹਦੇ ਡੀਜੀਪੀ ਜਿਹੜੇ ਸਰਬਜੀਤ ਵਿਰਕ ਮਸਲਾ ਉੱਠਿਆ ਸੀ, ਫਿਰ ਉਹਨਾਂ KPS ਗਿੱਲ ਨੂੰ ਸਪੈਸ਼ਲ ਲਿਆਂਦਾ ਚੰਡੀਗੜ੍ਹ ਕਿ ਸਾਨੂੰ ਕੈਟ ਰੱਖਣੇ ਪਏ ਸੀ। ਦੇਖੋ ਜੀ, ਉਹਨਾਂ ਦੀ ਗ੍ਰੇਸ ਆ, ਉਹਨਾਂ ਨੇ ਕਿਹਾ ਵੀ ਅਸੀਂ ਇਹ ਕੰਮ ਕੀਤਾ ਹੈ। ਕੀਤੀ। ਹਾਂ, ਮੰਨਿਆ ਜਦੋਂ ਜਲੰਧਰ ਦੇ ਵਿੱਚ ਇੱਕ ਕੇਸ ਸਾਹਮਣੇ ਆਇਆ, ਜੀ, ਉਹਨਾਂ ਨੇ ਕਿਹਾ ਵੀ ਅਸੀਂ ਇਸ ਤਰੀਕੇ ਨਾਲ ਆਹ ਸਿਸਟਮ ਆਪਰੇਟ ਕਰਦੇ ਹਾਂ ਤੇ ਕਰਨਾ ਪੈਂਦਾ ਹੈ। ਪਤਾ ਲੱਗਦਾ ਇਹ ਜਿਹੜੇ ਇੰਨੇ ਜਿਸ ਤਰ੍ਹਾਂ 50 ਵਰ੍ਹੇ ਹੋ ਗਏ ਨੇ ਬਾਬਾ ਬੂਝਾ ਸਿੰਘ ਨੂੰ, ਆਪਾਂ ਉਹਨੂੰ ਐਗਜ਼ਾਮਪਲ ਲੈ ਕੇ ਇਸ ਕਰਕੇ ਚੱਲ ਰਹੇ ਕਿ ਫੇਕ ਇਨਕਾਊਂਟਰੀ ਉਸ ਸਮੇਂ ਹੋਇਆ ਜਦੋਂ ਪੂਰੀ ਜਨਤਾ ਨੂੰ ਹਿਲਾ ਕੇ ਰੱਖਦੇ ਕਿ ਉਹ ਬਾਬਾ ਜਿਹਨੇ ਗਦਰ ਮੂਵਮੈਂਟ 'ਚ ਕੰਮ ਕੀਤਾ, ਅੰਗਰੇਜ਼ਾਂ ਨੂੰ ਭਜਾਉਣ ਦਾ ਕੰਮ ਕੀਤਾ ਹੈਗਾ। ਤਾਂ ਲੱਗਦਾ ਕਿ ਇਹ ਮਸਲਾ ਹੋਵੇ, ਚਾਹੇ ਬਰਗਾੜੀ ਦਾ ਮਸਲਾ ਹੋਵੇ, ਚਾਹੇ ਨਕੋਦਰ ਕਾਂਡ ਹੋਵੇ, ਚਾਹੇ ਮੋਗੇ ਮੁੰਡੇ ਮਾਰੇ ਹੋਣ, ਸਰਕਾਰਾਂ ਮਾਫੀ ਨਹੀਂ ਮੰਗਦੀਆਂ। ਨਾ ਸਰਕਾਰਾਂ 'ਚ ਇੰਨੀ ਹਿੰਮਤ ਹੈਗੀ ਹੈ ਕੋਈ ਨਾ ਕੋਈ ਇੱਦਾਂ ਦਾ ਕਮਿਸ਼ਨ ਬਣਾਇਆ ਜਾਵੇ, ਜਾਂ ਪਬਲਿਕ ਦੇ ਵਿੱਚ ਇੰਨੀ ਹਿੰਮਤ ਨਹੀਂ ਰਹੇਗੀ ਕਿ ਇੱਕ ਆਪਣੇ ਲੈਵਲ 'ਤੇ ਇੱਕ ਕਮਿਸ਼ਨ ਬਣਾਇਆ ਜਾਵੇ, ਕਿਸੇ ਰਿਟਾਇਰਡ ਜੱਜ ਨੂੰ ਅਪੀਲ ਕੀਤੀ ਜਾਵੇ। ਪਹਿਲੇ ਆਪਾਂ ਸਰਕਾਰਾਂ ਦੀ ਗੱਲ ਕਰ ਲਈਏ, ਫਿਰ ਆਪਾਂ ਲੋਕਾਂ ਦੀ ਗੱਲ ਕਰ ਲੈਂਦੇ। ਜੀ ਜੀ। ਕਮਿਸ਼ਨ ਬਣਾਉਣ ਦੀ ਗੱਲ ਤਾਂ ਛੱਡੋ, ਪਰ ਗਾੜੀ ਦਾ ਕਮਿਸ਼ਨ ਬਣੇ ਤੇ ਜਿਹੜੀ ਪਾਰਟੀ ਉਸ ਵੇਲੇ ਪਾਵਰ 'ਚ ਸੀ ਉਹ ਤਾਂ ਉਹਦੇ ਇਨਵੈਸਟੀਗੇਸ਼ਨ ਹੋਣ ਨਹੀਂ ਜਾਣਾ ਚਾਹੁੰਦੀ। ਜੀ। ਜੇ ਆਪਾਂ ਮਾਫੀ ਦੀ ਗੱਲ ਕਰਦੇ ਹਾਂ, ਜੀ ਜੀ, ਉੱਥੇ ਜੋ ਕੁਝ ਹੋਇਆ, ਜਦ ਕਿ ਉਹ ਫੇਕ ਐਨਕਾਊਂਟਰ ਕੋਈ ਨਹੀਂ ਗਈ। ਬਿਲਕੁਲ ਜੀ, ਪੁਲਿਸ ਫਾਇਰਿੰਗ 'ਚ ਲੋਕ ਮਰੇ ਹੈ। ਗੱਲ ਉਸ ਤੋਂ ਵੱਡੀ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਦੀ ਗੱਲ ਹੈ। ਇਹੋ ਜਿਹਾ ਕੇਸ ਸਿੱਖ ਧਰਮ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਕਿ ਗ੍ਰੰਥ ਸਾਹਿਬ ਚੋਰੀ ਹੋ ਜੇ। ਜੀ ਜੀ, ਉਹ ਵੀ ਚੁਣੌਤੀ ਦੇ ਕੇ ਜੀ, ਵੰਗਾਰ ਕੇ ਜੀ ਜੀ, ਸਰਕਾਰ ਕਾਲੀਆਂ ਦੀ ਹੋਵੇ। ਜੀ ਜੀ। ਤੇ ਇਸ ਵੇਲੇ ਅਨਫੋਰਚੂਨੇਟ ਪਾਰਟ ਇਹ ਹੈ ਜੀ ਕਿ ਜੇ ਐਕਸ਼ਨ ਲੈਣ ਦੀ ਗੱਲ ਹੁੰਦੀ ਹੈ ਤੇ ਅਕਾਲੀ ਉਹਦਾ ਵਿਰੋਧ ਕਰਦੇ ਹੈ। ਜੀ। ਸੋ ਇਹ ਲਗਾਤਾਰ ਹੀ ਹੁੰਦਾ ਰਿਹਾ। ਬਾਬਾ ਹਰੀ ਸਿੰਘ ਮਰਗਿੰਦ ਹੋਵੇ, ਬਾਬਾ ਬੂਝਾ ਸਿੰਘ ਹੋਵੇ, ਜਸਵੰਤ ਸਿੰਘ ਖਾਲੜਾ ਹੋਵੇ, ਜਾਂ ਬਰਗਾੜੀ ਦਾ ਕੇਸ ਹੋਵੇ, ਸਰਕਾਰ ਦਾ ਬਿਹੇਵੀਅਰ ਲਗਾਤਾਰ ਉਹੀ ਇੱਕੋ ਹੀ ਹੋਏਗਾ। ਹੁਣ ਵੀ ਉਹੀ ਹੈ। ਹੁਣ ਇਸ ਸਰਕਾਰ ਨੇ ਜਦੋਂ ਫੇਕ ਐਨਕਾਊਂਟਰ 'ਚ ਇਨਵਾਲਵ ਪੁਲਿਸ ਵਾਲੇ ਛੁਡਵਾਏ ਜੀ, ਤੇ ਗੱਲ ਤਾਂ ਬਰਾਬਰ ਹੀ ਆ ਜਾਂਦੀ ਹੈ। ਜਦ ਕਿ ਕੈਪਟਨ ਅਮਰਿੰਦਰ ਸਿੰਘ ਉਹ ਲੀਡਰ ਹੈ ਜਿਨ੍ਹਾਂ ਨੇ ਰਿਕਾਰਡ ਤੇ ਕਿਹਾ ਹੋਇਆ ਹੈ ਕਿ ਮੈਂ ਇਹ ਬੰਦੇ ਹੈਂਡਓਵਰ ਕੀਤੇ ਸੀ। ਜੀ।
ਤੇ ਉਸ ਤੋਂ ਬਾਅਦ ਕਹਿੰਦੇ ਮੈਨੂੰ ਨਹੀਂ ਪਤਾ ਕਿੱਧਰ ਗਏ ਹੋ। ਨਹੀਂ, ਉਸ ਤੋਂ ਬਾਅਦ ਉਹ ਫਿਰ ਪੁਲਿਸ ਵਾਲਿਆਂ ਨੂੰ ਵੀ ਛਡਾਉਂਦੇ ਆ ਜਿਨ੍ਹਾਂ ਨੇ ਝੂਠੇ। ਇਹ ਐਕਸ਼ਨ ਹੈ ਜੀ, ਲੇਕਿਨ ਆਊਟ ਆਫ ਪਾਵਰ। ਸੋ ਇਹ ਆਇਰਨੀ ਹੈ ਸਾਰੀ ਗੱਲ ਦੇ ਵਿੱਚ। ਤੇ ਤੁਹਾਨੂੰ ਲੱਗਦਾ ਜਿਹੜੀਆਂ ਸਰਕਾਰਾਂ ਜਾਂ ਪੁਲਿਸ ਪ੍ਰਸ਼ਾਸਨ ਹੈ, ਜਦੋਂ ਇਦਾਂ ਦੀ ਮੂਵਮੈਂਟ ਉੱਠਦੀ ਹੈ ਤਾਂ ਉਹਨੂੰ ਕਾਨੂੰਨ ਵਿਵਸਥਾ ਦੇ ਨਾਲ ਜੋੜ ਕੇ ਵੇਖ ਕੇ ਹੀ ਮੁੰਡਿਆਂ ਨੂੰ ਝੂਠੇ ਮੁਕਾਬਲਿਆਂ 'ਚ ਮਾਰਿਆ ਜਾਂਦਾ, ਕਿ ਜਾਂ ਸਾਡੇ 'ਚ ਇਹ ਜਿਹੜੀ ਨੀਤੀ ਬਣੀ ਸੀ ਗੌਰਮੈਂਟ ਆਫ ਇੰਡੀਆ ਦੀ ਘਰ ਵਾਪਸੀ, ਜਾਂ ਜਿੱਦਾਂ J&K ਚੱਲਦੀ ਰਹੀ, ਪੰਜਾਬ ਦੇ ਵਿੱਚ ਵੀ ਚੱਲਦੀ ਰਹੀ ਕਿ ਤੁਸੀਂ ਆ ਜਾਓ, ਤੁਹਾਨੂੰ ਐਡਜਸਟਮੈਂਟ ਕੀਤਾ ਜਾਊਗਾ ਜੀ? ਨਹੀਂ, ਪਹਿਲਾਂ ਹੁੰਦਾ ਹੈ ਕਿ ਕਿੰਨੇ ਵੱਧ ਤੋਂ ਵੱਧ ਮਾਰ ਸਕੀਏ। ਮੇਰੇ ਖਿਆਲ ਦੇ ਵਿੱਚ ਡਰਾਵਾ ਪਹਿਲਾਂ ਮਾਰੋ ਮੁੰਡੇ। ਠੀਕ ਹੈ। ਨਕਸਲ ਮੂਵਮੈਂਟ 'ਚ ਕੀ ਹੋਇਆ ਸੀਗਾ, ਮੁੰਡਾ ਇੱਕ ਫੜ ਲਿਆ ਜੀ, ਤਰਾਸ਼ੀ ਲਈ ਜੀ, ਕੋਈ ਫੋਟੋ ਨਿਕਲ ਆਈ ਉਹਦੇ ਕਿਸੇ ਹੋਰ ਮੁੰਡੇ ਦੀ ਉਹਦੇ ਨਾਲ ਜੀ। ਸਾਡੇ ਵੇਲੇ ਦਾ ਡਰ ਇੰਨਾ ਹੋ ਗਿਆ ਸੀ ਕਿ ਆਪਸ ਵਿੱਚ ਲੋਕ ਫੋਟੋਆਂ ਨਹੀਂ ਸੀ ਖਿਚਾਉਂਦੇ ਜੀ, ਵੀ ਕਿਤੇ ਫੜੇ ਜਾਣਗੇ। ਜੀ, ਹੁਣ ਵੀ ਇਹੀ ਹੈ ਵੀ ਰਿਕਾਰਡ ਦੇਖੋ ਕੌਣ ਕਿਹਦਾ ਕੰਟੈਕਟ ਹੈ, ਚੱਕ ਲਿਓ ਜੀ। ਟਾਰਚਰ 'ਚ ਕਈ ਵਾਰੀ ਬੰਦੇ ਆਪਣਾ ਵੀ ਮਰ ਜਾਂਦੇ। ਬਿਲਕੁਲ ਜੀ। ਮਰ ਗਿਆ ਉਹਨੂੰ ਹਪਾ ਦਿਓ ਜੀ। ਸੋ ਸੇਮ ਸਟਾਈਲ ਹੈ ਪੁਲਿਸ ਦਾ, ਉਸ ਵੇਲੇ ਵੀ ਅੱਜ ਵੀ ਤੇ ਅਕਾਲੀਆਂ ਵੇਲੇ ਵੀ। ਨਹੀਂ, ਬਾਬਾ ਬੂਜਾ ਸਿੰਘ ਦੇ ਵਿਚਾਰੇ ਕਹਿੰਦੇ 82 ਸਾਲ ਦੀ ਉਮਰ 'ਚ ਸਾਈਕਲ ਤੇ ਜਾ ਰਹੇ, ਪਿੱਛੋਂ ਪੁਲਿਸ ਥਾਣੇਦਾਰ ਨੇ ਜਿਹੜੇ ਹਿੱਟ ਕੀਤਾ ਅਜੀਬ। ਉਹ ਤਾਂ ਫੜ ਕੇ ਮਾਰਿਆ ਨਾ ਬਾਬੇ ਨੂੰ, ਫੜ ਕੇ ਮਾਰਿਆ ਸੀ। ਅੱਛਾ, ਮੇਰੇ ਸਵਾਲ ਹੀ ਆਖਰੀ ਭਾਈ ਕਿ ਪਬਲਿਕ 'ਚ ਹਿੰਮਤ ਨਹੀਂ ਰਹਿ ਗਈ ਕਿ ਇਦਾਂ ਦੇ ਇੱਕ ਪਬਲਿਕ ਕਮਿਸ਼ਨ ਬਣਾਇਆ ਜਾਵੇ? ਨਹੀਂ, ਇੱਕ ਵਾਰੀ ਕੋਸ਼ਿਸ਼ ਹੋਈ ਸੀ ਜੀ, ਜਿਹੜੀ ਜਸਟਿਸ ਕੁਲਦੀਪ ਸਿੰਘ ਨੇ ਪਹਿਲਾਂ ਮੈਂਸ਼ਨ ਕੀਤਾ ਹੈ ਜੀ। ਅੱਜ ਵੀ ਲੋੜ ਹੈ ਕੋਈ 5 ਮੈਂਬਰੀ ਜਾਂ 3 ਮੈਂਬਰੀ ਕਮਿਸ਼ਨ ਪਬਲਿਕ ਦੇ ਵੱਲੋਂ ਜੀ, ਕੋਈ ਲੈਜਿਸਲੇਟਿਵ ਬਾਡੀ ਹੋਵੇ। ਲੈਜਿਸਲੇਟਿਵ ਤੋਂ ਇਹ ਕਿ ਜਿਹੜੀ ਲੋਕਾਂ 'ਚ ਟਰਸਟ ਹੋਵੇ। ਜਿਹੜੀ ਨਾਅਰੇਬਾਜ਼ੀ ਕਰਨ ਵਾਲੇ ਲੋਕ ਹੈਗੇ ਇਹ ਨਹੀਂ ਜੀ, ਲੋਕਾਂ ਦੀ ਕ੍ਰੈਡੀਬਿਲਿਟੀ ਹੋਵੇ। ਉਹ ਤੁਸੀਂ 3 ਬੰਦੇ ਬਿਠਾ ਦਿਓ ਜੀ, ਉਹਨਾਂ ਨੂੰ ਕਹੋ ਵੀ ਆ ਇਨਕੁਆਇਰੀ ਕਰੋ ਸਾਰੀ। ਜੀ, ਸਾਰੇ ਨਹੀਂ ਹੋ ਸਕਦੇ, ਕੁਝ ਕੇਸ ਜਿਵੇਂ ਗੁਰਦੇਵ ਸਿੰਘ ਕੌਂਕੇ, ਜਸਵੰਤ ਸਿੰਘ ਖਾਲੜਾ ਸਾਹਮਣੇ ਆ ਗਿਆ ਸਾਰਾ। ਬਿਲਕੁਲ ਜੀ। ਇਹ ਤੁਸੀਂ 10 ਕੇਸ ਲੈ ਲਓ ਘੱਟੋ ਘੱਟ ਜੀ, ਤੇ ਉਹਨਾਂ ਦੀ ਇਨਕੁਆਇਰੀ ਕਰੋ। ਹੁਣ ਪਹਿਲਾ ਕੇਸ ਜਦੋਂ ਇਹ ਸਿੱਖ ਮੂਵਮੈਂਟ ਸ਼ੁਰੂ ਹੋਈ ਹੈ, ਕੁਲਵੰਤ ਸਿੰਘ ਨਾਗੋ ਗਏ ਸੀ। ਬਿਲਕੁਲ ਜੀ। ਉੱਥੋਂ ਸ਼ੁਰੂ ਕਰ ਲਓ, ਸਾਰੀ ਗੱਲ ਕਲੀਅਰ ਹੋ ਜਾਂਦੀ ਹੈ। ਇਨੀਸ਼ੀਏਟਿਵ ਲੈਣ ਦੀ ਲੋੜ ਹੈ, ਮੇਰੇ ਖਿਆਲ 'ਚ ਇਹ ਲੈਣਾ ਚਾਹੀਦਾ ਹੈ। ਸਾਡਾ ਦੁਖਾਂਤ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਅੱਜ ਤੱਕ ਕਿਸੇ ਨੇ ਸੀਰੀਅਸ ਹੋ ਕੇ ਇਹ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਵੇਂ ਨਕਸਲ ਮੂਵਮੈਂਟ ਵੇਲੇ ਹੋਇਆ ਸੀ, ਉਹ ਨੈਸ਼ਨਲ ਲੈਵਲ ਤੇ ਹੋਇਆ ਸੀਗਾ ਜੀ। ਫਰਕ ਇਹ ਸਰ ਪੰਜਾਬ ਲੈਵਲ ਤੇ ਨਹੀਂ, ਜਿਸ ਤਾਰਕੁੰਡੇ ਵਾਲਾ ਕੰਮ ਉਹ ਨੈਸ਼ਨਲ ਲੈਵਲ ਤੇ ਸੀਗਾ ਜੀ। ਉਸ ਤਰ੍ਹਾਂ ਹੀ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਕਮਿਸ਼ਨ ਬਣਾ ਕੇ ਇਹ ਗੱਲ ਅੱਗੇ ਤੋਰਨੀ ਚਾਹੀਦੀ ਹੈ। ਇਕੱਲੀ ਨਾਅਰੇਬਾਜ਼ੀ ਨਾਲ ਕਿ ਸਾਨੂੰ ਜੀ ਆ ਮਾਰਤਾ ਜੀ, ਸਾਡੇ ਮੁੰਡੇ ਮਾਰਤੇ ਜੀ, ਇਹਦੇ ਨਾਲ ਗੱਲ ਨਹੀਂ ਬਣਦੀ। ਇਹਦੇ ਨਾਲ ਬਣਦੀ। ਚਲੋ ਭਾਈ, ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਇਹ ਪੰਜਾਬ ਦਾ ਦਿਖਾਂਤ ਹੈ ਕਿ ਬਾਬਾ ਬੂਜਾ ਸਿੰਘ ਜਾਂ ਬਾਬਾ ਹਰੀ ਸਿੰਘ ਹੋਵੇ, ਚਾਹੇ ਗੁਰਦੇਵ ਸਿੰਘ ਕਾਂਕੇ ਹੋਵੇ, ਚਾਹੇ ਜਸਵੰਤ ਸਿੰਘ ਖਾਲੜਾ ਹੋਵੇ, ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮੌਕੇ ਦੀਆਂ ਹਕੂਮਤਾਂ ਵੱਲੋਂ ਮਾਰਿਆ ਗਿਆ, ਝੂਠੇ ਮੁਕਾਬਲੇ ਕੀਤੇ ਗਏ। ਚਾਹੇ ਅੱਜ ਤੋਂ 50 ਸਾਲ ਦਾ ਸਮਾਂ ਪਹਿਲਾਂ ਸੀ ਜਾਂ ਹੁਣ ਫਿਰ ਦਿਲਪ੍ਰੀਤ ਜਿਹਨੂੰ ਤੇ ਹੁਣ ਜਿਸ ਤਰ੍ਹਾਂ ਜਿਹੜਾ ਯਾਪਾ ਐਕਟ ਆ ਉਹਦੇ ਤਹਿਤ ਵੀ ਪੰਜਾਬ ਦੇ ਮੁੰਡਿਆਂ ਉੱਪਰ ਤਸ਼ੱਦਦ ਹੋ ਰਿਹਾ। ਮਸਲਾ ਇਹ ਹੈ ਕਿ ਸਰਕਾਰਾਂ ਤੇ ਇਸ ਮਸਲੇ ਤੇ ਨਹੀਂ ਬੋਲ ਸਕਦੀਆਂ ਕਿਉਂਕਿ ਉਹਨਾਂ ਦੇ ਹੱਥ ਵੀ ਖੂਨ ਦੇ ਨਾਲ ਭਿੱਜੇ ਹੋ ਸਕਦੇ ਨੇ, ਪਰ ਜਨਤਾ ਨੂੰ ਉੱਠਣਾ ਪਏਗਾ ਕਿ ਉਹਨਾਂ ਦੇ ਧੀਆਂ ਪੁੱਤਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨਾ ਮਾਰਿਆ ਜਾਵੇ ਤੇ ਇੱਕ ਪਬਲਿਕ ਕਮਿਸ਼ਨ ਦੀ ਵੀ ਲੋੜ ਆ। ਤੁਸੀਂ ਬਣੇ ਰਹੋ NB ਨਿਊਜ਼ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।